ਸਾਧੂ ਦੇ ਇੱਕ ਵਚਨ ਨੇ ਬਦਲੀ ਇੱਕ ਚੋਰ ਦੀ ਜ਼ਿੰਦਗੀ। ਕਈ ਸਾਲ ਪਹਿਲਾਂ ਦੀ ਗੱਲ ਹੈ। ਇੱਕ ਪਿੰਡ ਵਿੱਚ ਰਾਮੂ ਨਾਮ ਦਾ ਚੋਰ ਰਹਿੰਦਾ ਸੀ। ਉਹ ਚਤੁਰ ਸੀ, ਪਰ ਉਸ ਦਾ ਦਿਲ ਕਦੇ ਸ਼ਾਂਤ ਨਹੀਂ ਰਹਿੰਦਾ ਸੀ। ਹਰ ਰਾਤ ਉਹ ਕਿਸੇ ਨਾ ਕਿਸੇ ਦਾ ਘਰ ਲੁੱਟਦਾ ਸੀ। ਲੋਕ ਉਸ ਤੋਂ ਡਰਦੇ ਸਨ ਤੇ ਉਸ ਦਾ ਨਾਮ ਸੁਣ ਕੇ ਹੀ ਦਰਵਾਜ਼ੇ ਬੰਦ ਕਰ ਲੈਂਦੇ ਸਨ। ਪਰ ਅੰਦਰੋਂ ਰਾਮੂ ਨੂੰ ਹਮੇਸ਼ਾ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਕੁਝ ਘਾਟ ਹੈ। ਇੱਕ ਦਿਨ ਉਸਨੇ ਸੁਣਿਆ ਕਿ ਪਿੰਡ ਦੇ ਬਾਹਰ ਇੱਕ ਸਾਧੂ ਜੀ ਆਏ ਹਨ ਜੋ ਲੋਕਾਂ ਦੇ ਦੁੱਖ ਸੁਣਦੇ ਤੇ ਉਹਨਾਂ ਨੂੰ ਸਹੀ ਰਾਹ ਦਿਖਾਉਂਦੇ ਹਨ। ਰਾਤ ਦੇ ਸਮੇਂ ਰਾਮੂ ਚੁਪਕੇ ਨਾਲ ਸਾਧੂ ਦੇ ਤੰਬੂ ਕੋਲ ਪਹੁੰਚ ਗਿਆ। ਉਹ ਕਹਿੰਦਾ ਹੈ, ਬਾਬਾ ਜੀ, ਮੈਂ ਚੋਰ ਹਾਂ। ਮੈਂ ਚੋਰੀ ਕਰਨਾ ਛੱਡ ਨਹੀਂ ਸਕਦਾ। ਮੈਂ ਕੀ ਕਰਾਂ? ਸਾਧੂ ਜੀ ਮੁਸਕਰਾ ਪਏ ਤੇ ਕਹਿੰਦੇ ਹਨ, ਬੇਟਾ, ਮੈਂ ਤੈਨੂੰ ਇੱਕ ਛੋਟਾ ਜਿਹਾ ਵਚਨ ਦਿੰਦਾ ਹਾਂ। ਤੂੰ ਚੋਰੀ ਕਰਦਾ ਰਹੇ, ਪਰ ਅੱਜ ਤੋਂ ਕਦੇ ਝੂਠ ਨਾ ਬੋਲੀ। ਰਾਮੂ ਹੈਰਾਨ ਹੋ ਗਿਆ, ਸੋਚਿਆ ਕਿ ਇਹ ਕਿਹੋ ਜਿਹਾ ਵਚਨ ਹੈ। ਪਰ ਸਾਧੂ ਦੀਆਂ ਅੱਖਾਂ ਵਿੱਚ ਇਮਾਨਦਾਰੀ ਤੇ ਮਮਤਾ ਦੇਖ ਕੇ ਉਹ ਕਹਿੰਦਾ ਹੈ, ਠੀਕ ਹੈ ਬਾਬਾ ਜੀ, ਮੈਂ ਵਚਨ ਦਿੰਦਾ ਹਾਂ, ਹੁਣ ਤੋਂ ਮੈਂ ਝੂਠ ਨਹੀਂ ਬੋਲਾਂਗਾ। ਸੱਚਾਈ ਦਾ ਪਹਿਲਾ ਅਸਰ। ਅਗਲੀ ਰਾਤ ਰਾਮੂ ਚੋਰੀ ਕਰਨ ਗਿਆ। ਉਹ ਇੱਕ ਅਮੀਰ ਕਿਸਾਨ ਦੇ ਘਰ ਵਿੱਚ ਘੁਸ ਗਿਆ, ਪਰ ਅਚਾਨਕ ਸੋਚਣ ਲੱਗਾ, ਜੇ ਕਿਸੇ ਨੇ ਫੜ ਲਿਆ ਤੇ ਪੁੱਛਿਆ, ਚੋਰੀ ਤੂੰ ਕੀਤੀ, ਤਾਂ ਮੈਂ ਝੂਠ ਨਹੀਂ ਬੋਲ ਸਕਾਂਗਾ। ਇਹ ਸੋਚ ਕੇ ਉਸ ਦਾ ਦਿਲ ਡੋਲ ਗਿਆ। ਉਹ ਚੋਰੀ ਕੀਤੇ ਬਿਨਾਂ ਹੀ ਵਾਪਸ ਆ ਗਿਆ। ਅਗਲੇ ਦਿਨ ਵੀ ਉਸਨੇ ਕੋਸ਼ਿਸ਼ ਕੀਤੀ, ਪਰ ਮਨ ਮੰਨਿਆ ਨਹੀਂ। ਇਸ ਤਰ੍ਹਾਂ ਕੁਝ ਦਿਨਾਂ ਵਿੱਚ ਉਸ ਦਾ ਚੋਰ ਵਾਲਾ ਮਨ ਮਰ ਗਿਆ। ਹੁਣ ਉਸਨੇ ਸੋਚਿਆ, ਜਦ ਮੈਂ ਚੋਰੀ ਨਹੀਂ ਕਰ ਸਕਦਾ ਤੇ ਝੂਠ ਨਹੀਂ ਬੋਲ ਸਕਦਾ, ਤਾਂ ਮੈਨੂੰ ਮਿਹਨਤ ਨਾਲ ਜੀਣਾ ਹੀ ਪਵੇਗਾ। ਬਦਲਾਅ ਦੀ ਸ਼ੁਰੂਆਤ। ਰਾਮੂ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਕਿਸੇ ਦਾ ਖੇਤ ਜੋਤਦਾ, ਕਿਸੇ ਦਾ ਘਰ ਬਣਾਉਣ ਵਿੱਚ ਸਹਾਇਤਾ ਕਰਦਾ। ਹੌਲੀ-ਹੌਲੀ ਲੋਕਾਂ ਦਾ ਵਿਸ਼ਵਾਸ ਵਾਪਸ ਆਉਣ ਲੱਗਾ। ਜਿਹੜੇ ਪਹਿਲਾਂ ਉਸ ਤੋਂ ਡਰਦੇ ਸਨ, ਹੁਣ ਉਹਨਾਂ ਦੇ ਦਰਵਾਜ਼ੇ ਰਾਮੂ ਲਈ ਖੁੱਲ੍ਹੇ ਰਹਿੰਦੇ ਸਨ। ਇੱਕ ਦਿਨ ਪਿੰਡ ਦੇ ਮੁਖੀ ਨੇ ਕਿਹਾ, ਰਾਮੂ, ਤੂੰ ਤਾਂ ਸਾਡੇ ਲਈ ਉਦਾਹਰਣ ਬਣ ਗਿਆ ਹੈ। ਤੂੰ ਸਾਡੇ ਬੱਚਿਆਂ ਨੂੰ ਵੀ ਸੱਚਾਈ ਦਾ ਪਾਠ ਪੜ੍ਹਾ। ਰਾਮੂ ਦੀਆਂ ਅੱਖਾਂ ਨਮ ਹੋ ਗਈਆਂ। ਉਸਨੇ ਸਾਧੂ ਜੀ ਦੇ ਵਚਨ ਨੂੰ ਯਾਦ ਕੀਤਾ। ਇੱਕ ਹੋਰ ਚੋਰ ਦੀ ਕਹਾਣੀ। ਕੁਝ ਮਹੀਨੇ ਬਾਅਦ ਪਿੰਡ ਵਿੱਚ ਇੱਕ ਨਵਾਂ ਚੋਰ ਆ ਗਿਆ। ਇੱਕ ਰਾਤ ਉਹ ਰਾਮੂ ਦੇ ਘਰ ਵਿੱਚ ਦਾਖਲ ਹੋਇਆ। ਰਾਮੂ ਜਾਗ ਗਿਆ ਤੇ ਉਸ ਨੂੰ ਫੜ ਲਿਆ। ਚੋਰ ਡਰ ਗਿਆ ਕਿ ਹੁਣ ਉਸ ਦੀ ਖੈਰ ਨਹੀਂ। ਪਰ ਰਾਮੂ ਨੇ ਹੌਲੀ ਆਵਾਜ਼ ਵਿੱਚ ਕਿਹਾ, ਡਰ ਨਾ ਬੇਟਾ, ਮੈਂ ਵੀ ਕਦੇ ਤੇਰੇ ਵਰਗਾ ਸੀ। ਇੱਕ ਸਾਧੂ ਦੇ ਇੱਕ ਵਚਨ ਨੇ ਮੇਰੀ ਜ਼ਿੰਦਗੀ ਬਦਲੀ ਸੀ। ਤੂੰ ਚਾਹੇ ਤਾਂ ਮੈਂ ਤੈਨੂੰ ਵੀ ਉਹੀ ਰਾਹ ਦਿਖਾਵਾਂ। ਚੋਰ ਦੀਆਂ ਅੱਖਾਂ ਵਿੱਚ ਪਛਤਾਵਾ ਸੀ। ਉਹ ਕਹਿੰਦਾ ਹੈ, ਮੈਨੂੰ ਵੀ ਉਸ ਸਾਧੂ ਕੋਲ ਲੈ ਚੱਲੋ ਜੀ। ਅਗਲੇ ਦਿਨ ਰਾਮੂ ਉਸ ਨੂੰ ਸਾਧੂ ਜੀ ਕੋਲ ਲੈ ਗਿਆ। ਸਾਧੂ ਜੀ ਨੇ ਮੁਸਕਰਾ ਕੇ ਕਿਹਾ, ਰਾਮੂ, ਲੱਗਦਾ ਹੈ ਮੇਰੇ ਇੱਕ ਵਚਨ ਦੀ ਜੋਤ ਹੋਰ ਅੱਗੇ ਵਧ ਰਹੀ ਹੈ। ਉਹ ਚੋਰ ਨੂੰ ਵੀ ਕਹਿੰਦੇ ਹਨ, ਤੂੰ ਚੋਰੀ ਕਰਦਾ ਰਹੇ, ਪਰ ਝੂਠ ਨਾ ਬੋਲੀ। ਕੁਝ ਸਮੇਂ ਬਾਅਦ ਉਹ ਚੋਰ ਵੀ ਬਦਲ ਗਿਆ। ਹੁਣ ਪਿੰਡ ਵਿੱਚ ਦੋ ਇਮਾਨਦਾਰ ਮਿਹਨਤੀ ਮਨੁੱਖ ਹੋ ਗਏ ਸਨ। ਸੱਚਾਈ ਦਾ ਸਕੂਲ। ਕਈ ਸਾਲ ਬਾਅਦ ਰਾਮੂ ਨੇ ਸੋਚਿਆ ਕਿ ਉਹ ਬੱਚਿਆਂ ਲਈ ਇੱਕ ਛੋਟਾ ਸਕੂਲ ਖੋਲੇਗਾ, ਜਿੱਥੇ ਉਹ ਸਿਰਫ ਪਾਠ ਨਹੀਂ, ਸੱਚਾਈ, ਮਿਹਨਤ ਤੇ ਦਇਆ ਦਾ ਮਤਲਬ ਵੀ ਸਿਖਾਵੇਗਾ। ਸਕੂਲ ਦਾ ਨਾਮ ਉਸਨੇ ਰੱਖਿਆ, ਸੱਚ ਦਾ ਦੀਵਾ। ਜਦ ਸਾਧੂ ਜੀ ਨੇ ਇਹ ਸੁਣਿਆ, ਉਹ ਖੁਸ਼ ਹੋ ਕੇ ਕਹਿੰਦੇ ਹਨ, ਬੇਟਾ, ਜਦ ਇੱਕ ਦਿਲ ਵਿੱਚ ਸੱਚਾਈ ਦੀ ਜੋਤ ਜਲਦੀ ਹੈ, ਤਾਂ ਉਹ ਹਜ਼ਾਰਾਂ ਦਿਲਾਂ ਨੂੰ ਰੌਸ਼ਨ ਕਰ ਸਕਦੀ ਹੈ। ਕੁਝ ਸਾਲਾਂ ਬਾਅਦ ਜਦ ਸਾਧੂ ਜੀ ਪਰਮਾਤਮਾ ਦੇ ਧਾਮ ਚਲੇ ਗਏ, ਰਾਮੂ ਨੇ ਉਹੀ ਤੰਬੂ ਸੰਭਾਲ ਲਿਆ ਤੇ ਲੋਕਾਂ ਦੀ ਸੇਵਾ ਕਰਨ ਲੱਗ ਪਿਆ। ਉਸ ਦੀ ਕਹਾਣੀ ਪਿੰਡ-ਪਿੰਡ ਵਿੱਚ ਫੈਲ ਗਈ। ਜਿੱਥੇ ਇੱਕ ਸਾਧੂ ਦਾ ਇੱਕ ਵਚਨ ਪਹੁੰਚੇ, ਉੱਥੇ ਅੰਧਕਾਰ ਨਹੀਂ। ਸੱਚਾਈ ਦਾ ਰਾਹ ਔਖਾ ਜ਼ਰੂਰ ਹੈ, ਪਰ ਉਹੀ ਸੁੱਖ ਦਾ ਸੱਚਾ ਰਾਹ ਹੈ। ਛੋਟੀ ਜਿਹੀ ਚੰਗੀ ਗੱਲ ਕਈਆਂ ਦੀ ਜ਼ਿੰਦਗੀ ਬਦਲ ਸਕਦੀ ਹੈ। ਜੇ ਮਨੁੱਖ ਆਪਣੀ ਨੀਅਤ ਸਾਫ਼ ਕਰ ਲਏ, ਤਾਂ ਉਸਦੇ ਅੰਦਰੋਂ ਚਮਕ ਆਪ ਨਿਕਲਦੀ ਹੈ। ਸਾਲ ਬੀਤ ਗਏ। ਰਾਮੂ ਦਾ ਸਕੂਲ, ਸੱਚ ਦਾ ਦੀਵਾ, ਹੁਣ ਸਿਰਫ ਪਿੰਡ ਤੱਕ ਸੀਮਿਤ ਨਹੀਂ ਸੀ। ਨੇੜਲੇ ਪਿੰਡਾਂ ਤੋਂ ਵੀ ਬੱਚੇ ਆਉਣ ਲੱਗੇ। ਰਾਮੂ ਉਹਨਾਂ ਨੂੰ ਸਿਰਫ ਪੜ੍ਹਾਉਂਦਾ ਹੀ ਨਹੀਂ ਸੀ, ਉਹਨਾਂ ਦੇ ਦਿਲਾਂ ਵਿੱਚ ਸੱਚਾਈ, ਦਇਆ ਤੇ ਮਿਹਨਤ ਦਾ ਅਰਥ ਭਰਦਾ ਸੀ। ਉਹ ਹਮੇਸ਼ਾ ਕਹਿੰਦਾ ਸੀ, ਬੱਚਿਓ, ਸੱਚਾ ਇਨਸਾਨ ਉਹ ਨਹੀਂ ਜੋ ਕਦੇ ਗਲਤੀ ਨਾ ਕਰੇ। ਸੱਚਾ ਉਹ ਹੈ ਜੋ ਗਲਤੀ ਮੰਨ ਲਏ ਤੇ ਉਸ ਨੂੰ ਸੁਧਾਰੇ। ਬੱਚੇ ਰਾਮੂ ਨੂੰ ਬਾਬਾ ਰਾਮੂ ਜੀ ਕਹਿਣ ਲੱਗੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਰਾਮੂ ਇੱਕ ਸਾਧੂ ਵਰਗਾ ਬਣ ਗਿਆ ਸੀ। ਪਿੰਡ ਦਾ ਬਦਲਾਅ। ਜਿਹੜਾ ਪਿੰਡ ਪਹਿਲਾਂ ਚੋਰੀਆਂ ਲਈ ਮਸ਼ਹੂਰ ਸੀ, ਹੁਣ ਇਮਾਨਦਾਰੀ ਲਈ ਜਾਣਿਆ ਜਾਂਦਾ ਸੀ। ਬਾਜ਼ਾਰ ਵਿੱਚ ਕੋਈ ਆਪਣੀ ਦੁਕਾਨ ਤੇ ਤਾਲਾ ਨਹੀਂ ਲਗਾਉਂਦਾ ਸੀ, ਕਿਉਂਕਿ ਲੋਕਾਂ ਨੂੰ ਪਤਾ ਸੀ ਕਿ ਹੁਣ ਇੱਥੇ ਕੋਈ ਬੁਰਾ ਕੰਮ ਨਹੀਂ ਕਰੇਗਾ। ਰਾਮੂ ਦਾ ਸਕੂਲ ਹਰ ਸਾਲ ਇੱਕ ਸੱਚਾਈ ਦਾ ਮੇਲਾ ਕਰਵਾਉਂਦਾ ਸੀ, ਜਿੱਥੇ ਬੱਚੇ ਕਹਾਣੀਆਂ,
ਨਾਟਕ ਅਤੇ ਗੀਤਾਂ ਰਾਹੀਂ ਸੱਚਾਈ ਦਾ ਸੰਦ ਦਿੰਦੇ ਸਨ। ਇੱਕ ਵਾਰੀ ਸੂਬੇ ਦੇ ਗਵਰਨਰ ਨੇ ਵੀ ਆ ਕੇ ਕਿਹਾ, ਇਹ ਪਿੰਡ ਤਾਂ ਸੱਚਮੁੱਚ ਰੌਸ਼ਨੀ ਦਾ ਮਿਸਾਲ ਹੈ। ਇਹ ਸਭ ਇੱਕ ਚੋਰ ਦੇ ਬਦਲੇਮੰਦ ਦੀ ਕਹਾਣੀ ਹੈ। ਰਾਮੂ ਨੇ ਨਮ ਅੱਖਾਂ ਨਾਲ ਕਿਹਾ, ਇਹ ਮੇਰੀ ਨਹੀਂ, ਬਾਬਾ ਜੀ ਦੇ ਇੱਕ ਵਚਨ ਦੀ ਕਿਰਪਾ ਹੈ। ਜਦ ਰਾਮੂ ਬੁੱਢਾ ਹੋ ਗਿਆ, ਉਸਨੇ ਆਪਣੇ ਪਰਿਵਾਰ ਨੂੰ ਬੁਲਾਇਆ ਤੇ ਕਿਹਾ, ਮੇਰੇ ਬੱਚਿਓ, ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਿਆ। ਸੱਚਾਈ ਕਦੇ ਵੀ ਹਾਰਦੀ ਨਹੀਂ, ਭਾਵੇਂ ਦੁਨੀਆ ਉਸ ਨੂੰ ਹਾਰਿਆ ਸਮਝੇ। ਸਾਧੂ ਜੀ ਦਾ ਇੱਕ ਵਚਨ ਮੇਰੇ ਲਈ ਦੀਵੇ ਵਾਂਗ ਸੀ। ਹੁਣ ਤੁਸੀਂ ਉਹ ਦੀਵਾ ਹੋ, ਜਿਸ ਨਾਲ ਹੋਰਾਂ ਦੀ ਜ਼ਿੰਦਗੀ ਚਮਕੇਗੀ। ਉਹਨਾਂ ਦਿਨਾਂ ਪਿੰਡ ਦੇ ਲੋਕਾਂ ਨੇ ਰਾਮੂ ਦੇ ਨਾਮ ਤੇ ਇੱਕ ਸੱਚ ਦਾ ਮੰਦਰ ਬਣਾਇਆ। ਉਸ ਦੇ ਅੰਦਰ ਪੱਥਰ ਤੇ ਇੱਕ ਲਿਖਤ ਉਕਰੀ ਹੋਈ ਸੀ, ਇੱਕ ਸੱਚਾ ਵਚਨ ਜ਼ਿੰਦਗੀ ਬਦਲ ਸਕਦਾ ਹੈ। ਝੂਠ ਛੱਡੋ, ਸੱਚ ਫੜੋ, ਇਹੀ ਸਭ ਤੋਂ ਵੱਡੀ ਉਪਾਸਨਾ ਹੈ। ਰਾਮੂ ਇੱਕ ਸ਼ਾਂਤ ਰਾਤ ਨੂੰ ਆਪਣੇ ਸਕੂਲ ਦੇ ਬਗੀਚੇ ਵਿੱਚ ਬੈਠਾ ਆਕਾਸ਼ ਵੱਲ ਵੇਖ ਰਿਹਾ ਸੀ। ਉਹ ਹੌਲੀ ਕਹਿੰਦਾ ਹੈ, ਬਾਬਾ ਜੀ, ਤੁਸੀਂ ਕਿਹਾ ਸੀ ਸੱਚ ਦੀ ਜੋਤ ਕਦੇ ਨਹੀਂ ਬੁਝਦੀ। ਵੇਖੋ, ਅੱਜ ਇਹ ਹਰ ਦਿਲ ਵਿੱਚ ਜਲ ਰਹੀ ਹੈ। ਹਵਾ ਹੌਲੀ ਹੌਲੀ ਵਗ ਰਹੀ ਸੀ, ਜਿਵੇਂ ਸਾਧੂ ਜੀ ਦੀ ਆਵਾਜ਼ ਆ ਰਹੀ ਹੋਵੇ। ਰਾਮੂ ਬੇਟਾ, ਤੂੰ ਆਪਣਾ ਵਚਨ ਨਿਭਾ ਗਿਆ, ਹੁਣ ਇਹ ਜੋਤ ਕਦੀ ਨਹੀਂ ਬੁਝੇਗੀ। ਉਸ ਰਾਤ ਰਾਮੂ ਦੀ ਆਤਮਾ ਸ਼ਾਂਤਮਈ ਨੀਂਦ ਵਿੱਚ ਚਲੀ ਗਈ, ਪਰ ਉਸ ਦੀ ਸੱਚਾਈ ਦੀ ਜੋਤ ਅਜੇ ਵੀ ਪਿੰਡ ਦੇ ਹਰ ਘਰ ਵਿੱਚ ਜਲ ਰਹੀ ਹੈ। ਇੱਕ ਸੱਚਾ ਵਚਨ ਜ਼ਿੰਦਗੀ ਬਦਲ ਸਕਦਾ ਹੈ। ਮਨੁੱਖ ਦੀ ਅਸਲੀ ਤਾਕਤ ਉਸ ਦੀ ਨੀਅਤ ਵਿੱਚ ਹੁੰਦੀ ਹੈ, ਨਾ ਕਿ ਉਸ ਦੇ ਹਥਿਆਰਾਂ ਵਿੱਚ। ਜੇ ਇੱਕ ਮਨੁੱਖ ਸੱਚ ਦਾ ਦੀਵਾ ਜਲਾਉਂਦਾ ਹੈ, ਤਾਂ ਉਸ ਦੀ ਰੌਸ਼ਨੀ ਕਈ ਪੀੜ੍ਹੀਆਂ ਤੱਕ ਰਹਿੰਦੀ ਹੈ। ਸੱਚ ਦੀ ਜੋਤ। ਰਾਮੂ ਦੇ ਗੁਜ਼ਰਨ ਤੋਂ ਸਾਲਾਂ ਬਾਅਦ, ਪਰ ਉਸ ਦਾ ਸਕੂਲ, ਸੱਚ ਦਾ ਦੀਵਾ, ਹੁਣ ਹੋਰ ਵੱਡਾ ਬਣ ਗਿਆ ਸੀ। ਰਾਮੂ ਦੇ ਵਿਦਿਆਰਥੀ ਹੁਣ ਅਧਿਆਪਕ ਬਣ ਚੁੱਕੇ ਸਨ। ਉਹੀ ਰਾਹ, ਉਹੀ ਸਿੱਖਿਆ, ਪਰ ਹੋਰ ਵੱਡੀ ਸ਼ਰਧਾ ਨਾਲ। ਪਿੰਡ ਦੇ ਬੱਚੇ ਹੁਣ ਦੂਰ ਦੂਰ ਦੇ ਸ਼ਹਿਰਾਂ ਵਿੱਚ ਜਾ ਕੇ ਪੜ੍ਹਦੇ ਸਨ। ਕਈਆਂ ਨੇ ਅਫਸਰੀਆਂ ਜੌਬਾਂ ਕੀਤੀਆਂ, ਕਈ ਨੇ ਅਧਿਆਪਕ ਬਣ ਕੇ ਹੋਰ ਪਿੰਡਾਂ ਵਿੱਚ ਸੱਚ ਦਾ ਦੀਵਾ ਦੇ ਨਵੇਂ ਸਕੂਲ ਖੋਲ੍ਹੇ। ਹਰ ਸਕੂਲ ਦੇ ਦਰਵਾਜ਼ੇ ਤੇ ਇੱਕ ਲਾਈਨ ਲਿਖੀ ਹੁੰਦੀ ਸੀ, ਸੱਚ ਦੀ ਜੋਤ ਰਾਮੂ ਬਾਬਾ ਤੋਂ ਮਿਲੀ। ਅਸੀਂ ਉਸ ਜੋਤ ਦੇ ਰਾਖੇ ਹਾਂ। ਰਾਮੂ ਦੀ ਕਹਾਣੀ ਦਾ ਪ੍ਰਭਾਵ। ਇੱਕ ਦਿਨ, ਇੱਕ ਸ਼ਹਿਰ ਵਿੱਚ ਇੱਕ ਛੋਟੀ ਕੁੜੀ, ਮੀਰਾ, ਆਪਣੇ ਸਕੂਲ ਵਿੱਚ ਸੱਚਾਈ ਦਾ ਨਾਟਕ ਕਰ ਰਹੀ ਸੀ। ਉਸ ਨੂੰ ਕਹਾਣੀ ਦਾ ਮੁੱਖ ਪਾਤਰ ਰਾਮੂ ਦਾ ਕਿਰਦਾਰ ਮਿਲਿਆ ਸੀ। ਉਹ ਕਹਿੰਦੀ ਹੈ, ਬਾਬਾ ਜੀ ਨੇ ਕਿਹਾ ਸੀ, ਝੂਠ ਛੱਡੋ, ਸੱਚ ਫੜੋ। ਪੂਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਅਧਿਆਪਕਾਂ ਨੇ ਕਿਹਾ, ਰਾਮੂ ਦੀ ਕਹਾਣੀ ਹੁਣ ਸਿਰਫ ਇੱਕ ਕਹਾਣੀ ਨਹੀਂ ਰਹੀ, ਇਹ ਇੱਕ ਜੀਵੰਤ ਪ੍ਰੇਰਣਾ ਹੈ। ਮੀਰਾ ਘਰ ਆਈ ਤੇ ਆਪਣੀ ਦਾਦੀ ਨੂੰ ਪੁੱਛਦੀ ਹੈ, ਦਾਦੀ, ਕੀ ਰਾਮੂ ਬਾਬਾ ਸੱਚਮੁੱਚ ਹੁੰਦੇ ਸਨ? ਦਾਦੀ ਹੌਲੀ ਹੱਸ ਕੇ ਕਹਿੰਦੀ ਹੈ, ਹਾਂ ਬੇਟੀ, ਉਹ ਸੱਚਮੁੱਚ ਹੁੰਦੇ ਸਨ। ਤੇ ਹੋ ਸਕਦਾ ਹੈ ਤੇਰੇ ਅੰਦਰ ਵੀ ਉਸ ਦੀ ਰੌਸ਼ਨੀ ਦੀ ਇੱਕ ਚਿੰਗਾਰੀ ਹੋਵੇ। ਮੀਰਾ ਨੇ ਅਗਲੇ ਦਿਨ ਤੋਂ ਕਦੇ ਝੂਠ ਨਹੀਂ ਬੋਲਿਆ। ਉਸ ਦੀ ਇਹ ਛੋਟੀ ਜਿਹੀ ਸੱਚਾਈ ਉਸ ਦੇ ਪੂਰੇ ਕਲਾਸ ਲਈ ਉਦਾਹਰਣ ਬਣ ਗਈ। ਸੱਚ ਦੀ ਵਿਰਾਸਤ। ਕਈ ਸਾਲ ਬਾਅਦ, ਮੀਰਾ ਨੇ ਆਪ ਇੱਕ ਸਕੂਲ ਖੋਲ੍ਹਿਆ, ਉਸ ਦਾ ਨਾਮ ਰੱਖਿਆ, ਦੀਵੇ ਦੀ ਤੀ, ਸੱਚ ਦੀ ਕਿਰਨ। ਉਸ ਸਕੂਲ ਦੀ ਪਹਿਲੀ ਦੀਵਾਰ ਤੇ ਰਾਮੂ ਦੀ ਤਸਵੀਰ ਲੱਗੀ ਸੀ, ਤੇ ਹੇਠਾਂ ਲਿਖਿਆ ਸੀ, ਇੱਕ ਸੱਚਾ ਵਚਨ ਸਦੀਆਂ ਤੱਕ ਗੂੰਜਦਾ ਹੈ। ਜਿਸ ਤਰ੍ਹਾਂ ਦੀਏ ਦੀ ਲੌ ਇੱਕ ਤੋਂ ਦੂਜੇ ਵਿੱਚ ਜਲਦੀ ਹੈ, ਉਸੇ ਤਰ੍ਹਾਂ ਰਾਮੂ ਦੀ ਸੱਚਾਈ ਦੀ ਜੋਤ ਹੁਣ ਸੈਂਕੜਿਆਂ ਦਿਲਾਂ ਵਿੱਚ ਜਗ ਰਹੀ ਸੀ। ਕਈ ਵਾਰੀ ਕਿਸੇ ਮਨੁੱਖ ਦੀ ਕਿਰਪਾ, ਕਿਸੇ ਸਾਧੂ ਦੇ ਇੱਕ ਵਚਨ ਜਾਂ ਇੱਕ ਸੱਚੀ ਗੱਲ, ਸਦੀਆਂ ਦੀ ਦਿਸ਼ਾ ਬਦਲ ਦਿੰਦੀ ਹੈ। ਰਾਮੂ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ, ਕਦੇ ਵੀ ਆਪਣੀ ਸੱਚਾਈ ਛੱਡੋ ਨਾ, ਕਿਉਂਕਿ ਜਦੋਂ ਸੱਚਾ ਮਨੁੱਖ ਡੋਲਦਾ ਨਹੀਂ, ਤਾਂ ਦੁਨੀਆ ਆਪ ਸਿੱਧੀ ਹੋ ਜਾਂਦੀ ਹੈ। ਹੁਣ ਪਿੰਡ ਦੇ ਲੋਕ ਅੱਜ ਵੀ ਰਾਤ ਨੂੰ ਦੀਵਾ ਬਾਲਦੇ ਹਨ ਤੇ ਕਹਿੰਦੇ ਹਨ, ਇਹ ਦੀਵਾ ਰਾਮੂ ਬਾਬਾ ਦੀ ਸੱਚਾਈ ਦਾ ਨਿਸ਼ਾਨ ਹੈ, ਜੋ ਕਦੇ ਬੁਝਦਾ ਨਹੀਂ। ਸੱਚ ਦੀ ਜੋਤ, ਇੱਕ ਦੀਏ ਤੋਂ ਹਜ਼ਾਰ ਦੀਏ। ਸਾਲਾਂ ਬੀਤ ਗਏ। ਰਾਮੂ ਬਾਬਾ ਦਾ ਨਾਮ ਹੁਣ ਪਿੰਡ ਦੀ ਸੀਮਾ ਪਾਰ ਕਰ ਗਿਆ ਸੀ। ਸੱਚ ਦੀ ਜੋਤ ਵਾਲੇ ਸਕੂਲ ਹੁਣ ਪੰਜਾਬ ਤੋਂ ਬਾਹਰ ਦੇ ਰਾਜਾਂ ਵਿੱਚ ਵੀ ਖੁੱਲਣ ਲੱਗੇ। ਹਰ ਜਗ੍ਹਾ ਲੋਕ ਕਹਿੰਦੇ, ਜਿੱਥੇ ਵੀ ਰਾਮੂ ਬਾਬਾ ਦੀ ਕਹਾਣੀ ਪੜ੍ਹੀ ਜਾਂਦੀ ਹੈ, ਉੱਥੇ ਝੂਠ ਤੇ ਅੰਧਕਾਰ ਘਟ ਜਾਂਦੇ ਹਨ। ਇੱਕ ਨਵਾਂ ਸਾਧੂ, ਇੱਕ ਨਵਾਂ ਵਚਨ। ਇੱਕ ਦਿਨ, ਰਾਮੂ ਬਾਬਾ ਦੇ ਸਕੂਲ ਵਿੱਚ ਇੱਕ ਨੌਜਵਾਨ ਆਇਆ। ਉਹ ਕਹਿੰਦਾ ਹੈ, ਮੈਂ ਵੀ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹਾਂ, ਪਰ ਮੇਰੇ ਵਿੱਚ ਹਿੰਮਤ ਨਹੀਂ ਹੈ। ਮੀਰਾ ਨੇ ਉਸ ਨੂੰ ਕਿਹਾ, ਮੇਰੇ ਗੁਰੂ ਕਹਿੰਦੇ ਸਨ, ਸੱਚ ਬੋਲਣਾ ਸਭ ਤੋਂ ਵੱਡੀ ਹਿੰਮਤ ਹੈ। ਤੂੰ ਅੱਜ ਤੋਂ ਸਿਰਫ ਇਹ ਵਚਨ ਲੈ ਕਿ ਕਦੇ ਡਰ ਕੇ ਝੂਠ ਨਹੀਂ ਬੋਲੇਂਗਾ। ਉਹ ਨੌਜਵਾਨ ਇਹ ਵਚਨ ਲੈਂਦਾ ਹੈ, ਤੇ ਉਸੇ ਰਾਹ ਤੇ ਚੱਲ ਪੈਂਦਾ ਹੈ। ਕੁਝ ਸਾਲਾਂ ਵਿੱਚ ਉਹ ਇੱਕ ਨਵਾਂ ਸਾਧੂ ਬਣ ਗਿਆ। ਉਹ ਲੋਕਾਂ ਨੂੰ ਸੱਚ, ਪਿਆਰ ਤੇ ਮਾਫੀ ਦਾ ਪਾਠ ਪੜਾਉਂਦਾ ਸੀ।
ਲੋਕ ਕਹਿੰਦੇ ਸਨ, ਇਹ ਸਾਧੂ ਰਾਮੂ ਬਾਬਾ ਦੀ ਜੋਤ ਦਾ ਚਿੰਨ੍ਹ ਹੈ। ਸੱਚ ਦੀ ਜੋਤ ਦਾ ਤਿਉਹਾਰ। ਕਈ ਸਾਲ ਬਾਅਦ ਸਰਕਾਰ ਨੇ ਫੈਸਲਾ ਕੀਤਾ ਕਿ ਰਾਮੂ ਬਾਬਾ ਦੀ ਯਾਦ ਵਿੱਚ ਹਰ ਸਾਲ ਇੱਕ ਤਿਉਹਾਰ ਮਨਾਇਆ ਜਾਵੇਗਾ, ਸੱਚ ਦੀ ਜੋਤ ਦਿਵਸ। ਉਸ ਦਿਨ ਹਰ ਸਕੂਲ ਤੇ ਮੰਦਰ ਵਿੱਚ ਇੱਕ ਦੀਵਾ ਜਲਾਇਆ ਜਾਂਦਾ ਸੀ। ਬੱਚੇ ਉਹੀ ਵਾਕ ਕਹਿੰਦੇ, ਝੂਠ ਛੱਡੋ, ਸੱਚ ਪਕੜੋ, ਇਹੀ ਸਭ ਤੋਂ ਵੱਡੀ ਉਪਾਸਨਾ ਹੈ। ਉਸ ਦਿਨ ਆਸਮਾਨ ਵਿੱਚ ਲੱਖਾਂ ਦੀਏ ਜਗਦੇ, ਤੇ ਲੱਗਦਾ ਜਿਵੇਂ ਰਾਮੂ ਬਾਬਾ ਖੁਦ ਉੱਪਰੋਂ ਹੱਸ ਰਹੇ ਹੋਣ। ਮੀਰਾ ਦੀ ਆਖਰੀ ਚਿੱਠੀ। ਕਈ ਸਾਲ ਬਾਅਦ ਮੀਰਾ ਬੁੱਢੀ ਹੋ ਗਈ। ਇੱਕ ਸ਼ਾਮ ਉਹ ਬੈਠੀ ਆਪਣੀ ਡਾਇਰੀ ਵਿੱਚ ਲਿਖ ਰਹੀ ਸੀ, ਰਾਮੂ ਬਾਬਾ, ਤੁਸੀਂ ਸੱਚ ਕਿਹਾ ਸੀ। ਸੱਚਾਈ ਦੀ ਜੋਤ ਕਦੇ ਨਹੀਂ ਬੁਝਦੀ। ਮੈਂ ਵੇਖ ਰਹੀ ਹਾਂ, ਹੁਣ ਇਹ ਦੀਵਾ ਮੇਰੇ ਹੱਥੋਂ ਨਿਕਲ ਕੇ ਹਰ ਦਿਲ ਵਿੱਚ ਜਲ ਚੁੱਕਾ ਹੈ। ਜੇ ਕੋਈ ਇਹ ਕਹਾਣੀ ਪੜ੍ਹੇ ਤਾਂ ਉਹ ਵੀ ਇੱਕ ਸੱਚਾ ਵਚਨ ਲਵੇ। ਕਦੇ ਝੂਠ ਨਹੀਂ ਬੋਲੇਗਾ, ਚਾਹੇ ਦੁਨੀਆ ਹੀ ਖਿਲਾਫ ਕਿਉਂ ਨਾ ਹੋਵੇ। ਉਸ ਦੀ ਇਹ ਚਿੱਠੀ ਬਾਅਦ ਵਿੱਚ ਰਾਮੂ ਬਾਬਾ ਦੀ ਵਿਰਾਸਤ ਨਾਮ ਦੀ ਕਿਤਾਬ ਦਾ ਹਿੱਸਾ ਬਣ ਗਈ। ਦੰਤਕਥਾ ਬਣ ਚੁੱਕੀ ਕਹਾਣੀ। ਅੱਜ ਵੀ ਜਦ ਕਿਸੇ ਪਿੰਡ ਵਿੱਚ ਕੋਈ ਬੱਚਾ ਸੱਚ ਬੋਲਣ ਦੀ ਹਿੰਮਤ ਕਰਦਾ ਹੈ, ਲੋਕ ਕਹਿੰਦੇ ਹਨ, ਇਹ ਰਾਮੂ ਬਾਬਾ ਦਾ ਦੀਵਾ ਹੈ। ਕਈ ਥਾਵਾਂ ਤੇ ਲੋਕ ਵਿਸ਼ਵਾਸ ਕਰਦੇ ਹਨ ਕਿ ਜਿੱਥੇ ਸੱਚ ਦਾ ਦੀਵਾ ਬਾਲਿਆ ਜਾਂਦਾ ਹੈ, ਉੱਥੇ ਚੋਰੀ, ਝੂਠ ਤੇ ਹਨੇਰਾ ਆਪਣੇ ਆਪ ਦੂਰ ਹੋ ਜਾਂਦਾ ਹੈ। ਅੰਤ ਪਰ ਰੌਸ਼ਨੀ ਜਾਰੀ ਹੈ। ਰਾਮੂ ਬਾਬਾ ਦੀ ਕਹਾਣੀ ਹੁਣ ਕਹਾਣੀ ਨਹੀਂ ਰਹੀ। ਇਹ ਇੱਕ ਸਿੱਖਿਆ, ਇੱਕ ਪ੍ਰੇਰਣਾ, ਇੱਕ ਮਿਸਾਲ ਬਣ ਗਈ ਹੈ। ਸਾਧੂ ਦੇ ਇੱਕ ਵਚਨ ਨੇ ਚੋਰ ਦੀ ਜ਼ਿੰਦਗੀ ਬਦਲੀ, ਤੇ ਉਸ ਚੋਰ ਦੀ ਸੱਚਾਈ ਨੇ ਪੀੜ੍ਹੀਆਂ ਦਾ ਭਵਿੱਖ ਰੌਸ਼ਨ ਕਰ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਣਨ ਲਈ।